प्यारे बच्चों, अज आप पढ़ांगे पाठ नंबर 6 MS एक्सल नाल जान पछाण। इस पाठ ਦੇ ਅਸੀਂ ਪੜਾਂਗੇ MS एक्सल ਨਾਲ ਜਾਣ ਪਛਾਣ ਤੋਂ ਇਲਾਵਾ MS एक्सल ਦੇ ਵੱਖ-ਵੱਖ ਇਸਤੇਮਾਲ, MS एक्सल ਨੂੰ ਕਿਵੇਂ ਸ਼ੁਰੂ ਕਰੀਏ, MS एक्सल ਦੀ ਵਿੰਡੋ ਦੇ ਭਾਗ, MS एक्सल ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਜਿਹਨੂੰ ਆਪਾਂ ਟਰਮੀਨੋਲੋਜੀ ਵੀ ਕਹਿੰਦੇ ਆ, ਤੇ एक्सल ਦੀ ਵਰਕਸ਼ੀਟ ਵਿੱਚ ਕੰਮ ਕਰਨਾ, ਫਾਈਲ ਸੇਵ ਕਰਨਾ, एक्सल ਨੂੰ ਬੰਦ ਕਰਨਾ। ਪਹਿਲਾਂ ਜੀ MS एक्सल ਨਾਲ ਜਾਣ ਪਛਾਣ। MS एक्सल ਨਾਲ ਜਾਣ ਪਛਾਣ ਦੇ ਵਿੱਚ ਕੀ ਕਹਿੰਦੇ ਆ ਜੀ, ਉਹ ਕਹਿੰਦੇ ਇਲੈਕਟ੍ਰੋਨਿਕ ਸਪਰੈਡਸ਼ੀਟ ਡਾਟਾ ਦੀ ਨਿਗਰਾਨੀ, ਦੇਖਣ ਅਤੇ ਨਿਰੀਖਣ ਕਰਨ ਲਈ ਕੀਤੀ ਜਾਂਦੀ ਹੈ ਅਤੇ ਡਾਟਾ ਨੂੰ ਤਸਵੀਰ ਦੇ ਰੂਪ ਵਿੱਚ ਚਾਰਟ ਦੀ ਮਦਦ ਨਾਲ ਪੇਸ਼ ਕਰਦੀ ਹੈ। ਕੁਝ ਆਮ ਵਰਤੋਂ ਵਾਲੇ ਸਪਰੈਡਸ਼ੀਟ ਪੈਕੇਜ ਹਨ ਟੈਲੀ, ਲੋਟਸ ਤੇ ਮਾਈਕਰੋਸਾਫਟ ਐਕਸਲ। ਕੀ ਮਤਲਬ ਹੈ ਇਲੈਕਟ੍ਰੋਨਿਕ ਸਪਰੈਡਸ਼ੀਟ ਦਾ? ਕੀ ਮਤਲਬ ਹੈ ਕਿ ਸਪਰੈਡਸ਼ੀਟ ਹੁੰਦੀ ਹੈ ਕਿ ਜਿਸ ਵਿੱਚ ਆਪਣਾ ਕੋਈ ਵੀ ਜਾਣਕਾਰੀ, ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਆਪਾਂ ਆਪਣੇ ਸਕੂਲ ਦੀ ਜਾਣਕਾਰੀ ਲੈ ਲਈਏ ਤਾਂ ਉਸ 'ਚ ਕੀ ਹੁੰਦਾ ਕਿ ਤੁਹਾਡਾ ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਮ, ਤੁਹਾਡਾ ਐਡਰੈਸ, ਤੁਹਾਡੇ ਨੰਬਰ, ਤੁਹਾਡਾ ਹਾਈਟ, ਵੇਟ, ਸਭ ਕੁਝ ਆਪਾਂ ਜੋ ਜਾਣਕਾਰੀ ਸਟੋਰ ਕਰਕੇ ਰੱਖਦੇ ਹਾਂ, ਉਸ ਨੂੰ ਆਪਾਂ ਜਦੋਂ ਕੰਪਿਊਟਰ ਦੇ ਵਿੱਚ ਸਟੋਰ ਕਰਕੇ ਰੱਖਦੇ ਹਾਂ ਤਾਂ ਉਸ ਨੂੰ ਆਪਾਂ ਵੇਖਣ ਵਾਰੀ ਜਾਂ ਆਪਾਂ ਵਰਤਣਾ ਹੋਵੇ ਜਾਂ ਉਹ 'ਚ ਆਪਾਂ ਨੂੰ ਕੁਛ ਬੱਚਿਆਂ ਦਾ ਕੱਢਣਾ ਹੋਵੇ, ਤੁਹਾਡੇ ਰਿਜ਼ਲਟ ਡਿਕਲੇਅਰ ਕਰਨੇ ਹੋਣ, ਰਿਜ਼ਲਟ ਬਣਾਉਣੇ ਹੋਣ, ਉਹ ਸਭ ਕੁਝ ਆਪਾਂ ਸਪਰੈਡਸ਼ੀਟ ਦੇ ਥਰੂ ਕਰ ਸਕਦੇ ਹਾਂ। ਮਾਈਕਰੋਸਾਫਟ ਐਕਸਲ ਜਿਹੜਾ ਹੈ, MS ਦਾ ਮਤਲਬ ਮਾਈਕਰੋਸਾਫਟ ਜਿਹੜੀ ਕੰਪਨੀ ਹੈ ਜਿਹਨੇ ਬਣਾਇਆ, ਐਕਸਲ ਉਸ ਇੱਕ ਪ੍ਰੋਗਰਾਮ ਦਾ ਨਾਮ ਹੈ। ਜਿਹਨੂੰ ਆਪਾਂ ਪੂਰਾ ਕਹਿੰਦੇ ਹਾਂ ਮਾਈਕਰੋਸਾਫਟ ਐਕਸਲ ਇੱਕ ਸਪਰੈਡਸ਼ੀਟ ਪ੍ਰੋਗਰਾਮ ਹੈ ਜੋ ਡਾਟਾ ਨੂੰ ਸਹੀ ਢੰਗ ਨਾਲ ਰੱਖਣ ਅਤੇ ਗਣਨਾਵਾਂ ਕਰਨ ਲਈ ਵਰਤਿਆ ਜਾਂਦਾ ਹੈ। ਡਾਟਾ ਨੂੰ ਸਹੀ ਢੰਗ ਨਾਲ ਰੱਖਣ ਅਤੇ ਗਣਨਾਵਾਂ ਕਰਨ। ਆਪਾਂ ਸਭ ਤੋਂ ਪਹਿਲਾਂ ਆਪਣੀ ਹੀ ਉਦਾਹਰਨ ਲੈਂਦੇ ਹਾਂ ਆਪਣੇ ਸਕੂਲ ਦੀ, ਕਿ ਆਪਾਂ ਆਪਣੇ ਸਕੂਲ ਦੇ ਬੱਚਿਆਂ ਦੇ ਡਾਟੇ ਨੂੰ ਸਹੀ ਤਰੀਕੇ ਨਾਲ ਰੱਖਣ ਦਾ, ਜਿਹੜੀ ਜਾਣਕਾਰੀ ਹੈ ਸਹੀ ਤਰੀਕੇ ਨਾਲ ਰੱਖਣ ਅਤੇ ਗਣਨਾਵਾਂ ਕਰਨ। ਗਣਨਾਵਾਂ ਕਰਨ ਦਾ ਕੀ ਮਤਲਬ ਹੈ ਕਿ ਆਪਾਂ ਉਹਦੇ ਉੱਪਰ ਕੋਈ ਵੀ ਜੋ ਆਪਾਂ ਗਣਨਾਵਾਂ ਕਰਨੇ ਨੇ, ਬੇਸ਼ੱਕ ਉਹਨਾਂ ਦੇ ਨੰਬਰਸ ਨੇ, ਉਹਨਾਂ ਦੇ ਉੱਪਰ ਉਹਨਾਂ ਦੀ ਪ੍ਰਤੀਸ਼ਤ ਕੱਢਣੀ ਹੈ, ਉਹਨਾਂ ਦੇ ਵਿੱਚ ਉਹਨਾਂ ਦੇ ਰੈਂਕ ਕੱਢਣੇ ਨੇ, ਉਹ ਆਪਾਂ ਅਲੱਗ-ਅਲੱਗ ਤਰੀਕੇ ਨਾਲ ਉਹਨੂੰ ਵਰਤ ਸਕਦੇ ਹਾਂ। ਅਸੀਂ ਇਸ ਨੂੰ ਆਪਣੇ ਡਾਟਾ ਨੂੰ ਰੋ ਅਤੇ ਕਾਲਮ ਵਿੱਚ ਰੱਖਣ ਲਈ ਅਤੇ ਗਣਨਾਵਾਂ ਕਰਾਉਣ ਲਈ ਵਰਤਦੇ ਹਾਂ। ਪਿਆਰੇ ਬੱਚਿਓ, MS ਐਕਸਲ ਨੂੰ ਸਿੱਖਣ ਤੋਂ ਪਹਿਲਾਂ ਆਪਾਂ ਜਦ MS ਐਕਸਲ ਦੀ ਸਕਰੀਨ ਦੇਖਦੇ ਹਾਂ, ਨੀਚੇ ਮੈਂ ਤੁਹਾਨੂੰ ਉਹਦੀ ਸਕਰੀਨ ਵੀ ਦਿਖਾਵਾਂਗਾ। ਇਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਇਹ, ਇਹਦੇ ਵਿੱਚ ਤੁਸੀਂ ਦੇਖੋ ਇਹ ਜਿਹੜੇ ਬਾਕਸਿਸ ਬਣੇ ਹੋਏ ਨੇ, ਇਹ MS ਐਕਸਲ ਦੀ ਸਕਰੀਨ ਦੇ ਵਿੱਚ ਖੁੱਲ੍ਹਦਿਆਂ ਸਾਰੀ ਆ ਜਾਂਦੇ ਨੇ। ਜਿਹੜੀਆਂ ਉੱਪਰ ਤੋਂ ਨੀਚੇ ਵੱਲ ਨੂੰ ਲਾਈਨਾਂ ਵੱਜੀਆਂ ਹੋਈਆਂ, ਇਹਨਾਂ ਨੂੰ ਆਪਾਂ ਕਹਿੰਦੇ ਹਾਂ ਜੀ ਕਾਲਮ, ਤੇ ਜਿਹੜੇ ਇਸ ਤੋਂ ਇੱਧਰ ਨੂੰ ਵੱਜੀਆਂ ਹੋਈਆਂ ਰਾਈਟ ਤੋਂ ਲੈਫਟ ਨੂੰ, ਇਹਨਾਂ ਨੂੰ ਆਪਾਂ ਕਹਿੰਦੇ ਹਾਂ ਜੀ ਰੋਜ਼। ਆ ਦੇਖੋ, ਆਹ ਰੋ ਦਿਖਾਈ ਹੋਈ ਹੈ, ਇਹਦੇ ਸਾਹਮਣੇ ਇਸ ਤਰੀਕੇ ਨਾਲ ਰੋ ਹੈ, ਇਹ ਉੱਪਰ ਤੋਂ ਨੀਚੇ ਨੂੰ ਇਹ ਕਾਲਮ ਹੈ। ਉਹ ਕਹਿੰਦਾ ਐਕਸਲ ਵਿੱਚ ਕਈ ਪ੍ਰਕਾਰ ਦੇ ਚਾਰਟ ਤੇ ਗ੍ਰਾਫ ਵੀ ਬਣਾਏ ਜਾ ਸਕਦੇ ਹਨ ਜੋ ਡਾਟੇ ਨੂੰ ਗ੍ਰਾਫਿਕ ਰੂਪ ਵਿੱਚ ਪੇਸ਼ ਕਰਦੇ ਹਨ। ਉਹ ਆਪਾਂ ਅੱਗੇ ਪੜਾਂਗੇ। ਚਾਰਟ ਦੇ ਵਿੱਚ, ਐਕਸਲ ਦੇ ਵਿੱਚ ਜੋ ਚਾਰਟ ਬਣਾਏ ਜਾ ਸਕਦੇ ਨੇ ਤਾਂ ਜੋ ਆਪਾਂ ਨੂੰ ਜਾਣਕਾਰੀ ਜਿਹੜੀ ਹੈਗੀ ਆ ਉਹ ਗ੍ਰਾਫਿਕ ਦੇ ਰੂਪ ਵਿੱਚ ਮਿਲ ਸਕੇ, ਆਪਾਂ ਦੇਖ ਸਕੀਏ। ਦੇਖਣ ਤੋਂ ਹੀ ਆਪਾਂ ਨੂੰ ਪਤਾ ਲੱਗ ਜਾਵੇ ਕਿ ਕੌਣ, ਕਿਸ ਦੇ ਨੰਬਰ ਜ਼ਿਆਦਾ ਨੇ। ਇੱਕ ਜੇ ਆਪਾਂ ਕਲਾਸ ਦੀ ਉਦਾਹਰਨ ਲਈਏ ਤਾਂ ਕਿਸ ਬੱਚੇ ਦੇ ਨੰਬਰ ਸਾਰੇ ਸਬਜੈਕਟਾਂ 'ਚੋਂ ਜ਼ਿਆਦਾ ਨੇ, ਕਿਸ 'ਚੋਂ ਘੱਟ ਨੇ, ਕਿਸ ਦੇ ਘੱਟ ਨੇ, ਉਹ ਸਭ ਕੁਝ ਆਪਾਂ ਨੂੰ ਪਤਾ ਲੱਗ ਜਾਏਗਾ। ਕਿਹੜੇ ਇਸਤੇਮਾਲ ਨੇ MS ਐਕਸਲ ਦੇ? ਵੱਖ-ਵੱਖ ਇਸਤੇਮਾਲਾਂ ਦੇ ਵਿੱਚ ਪਹਿਲਾ ਹੈ ਐਕਸਲ ਨੂੰ ਗਣਨਾਵਾਂ ਕਰਨ ਲਈ ਵਰਤਿਆ ਜਾਂਦਾ ਹੈ, ਜਿਵੇਂ ਆਪਾਂ ਹੁਣ ਗੱਲ ਕਰ ਹਟੇ ਹਾਂ। ਐਕਸਲ ਵਿੱਚ ਡਾਟਾ ਨੂੰ ਚਾਰਟ ਦੇ ਰੂਪ 'ਚ ਪੇਸ਼ ਕੀਤਾ ਜਾ ਸਕਦਾ, ਜਿਵੇਂ ਮੈਂ ਤੁਹਾਨੂੰ ਦੂਸਰੇ ਨੰਬਰ 'ਤੇ ਦੱਸ ਕੇ ਹਟਿਆ, ਇਹਦੇ ਵਿੱਚ ਚਾਰਟ ਦੇ ਰੂਪ ਵਿੱਚ ਵੀ ਪੇਸ਼ ਕੀਤਾ ਜਾ ਸਕਦਾ, ਉਹ ਆਪਾਂ ਅੱਗੇ ਪੜਾਂਗੇ। ਅਸੀਂ ਸਕੂਲ ਦਾ ਟਾਈਮ ਟੇਬਲ ਬਣਾ ਸਕਦੇ ਹਾਂ। ਤੁਸੀਂ ਆਪਣੇ ਸਕੂਲ ਦੇ ਵਿੱਚ ਆਪਣਾ ਟਾਈਮ ਟੇਬਲ ਜੋ ਤੁਹਾਡੀ ਕਲਾਸ ਦੇ ਵਿੱਚ ਲੱਗਿਆ ਹੋਇਆ ਉਸ ਨੂੰ ਦੇਖਿਓ, ਉਹ ਵੀ ਇਸ ਤਰੀਕੇ ਦਾ ਹੀ ਹੋਏਗਾ ਕਿ ਰੋਜ਼ ਬਣੀਆਂ ਹੋਣਗੀਆਂ, ਕਾਲਮਸ ਬਣੇ ਹੋਣਗੇ। ਕਰਮਚਾਰੀਆਂ ਦੀਆਂ ਤਨਖਾਹਾਂ, ਜੋ ਸਾਡੀਆਂ ਅਧਿਆਪਕਾਂ ਦੀਆਂ ਤਨਖਾਹਾਂ ਬਣਦੀਆਂ ਨੇ ਕਿ ਕਿਸ ਅਧਿਆਪਕ ਨੂੰ ਕਿੰਨੀ ਤਨਖਾਹ ਮਿਲਣੀ ਹੈ, ਉਹਦੇ ਹਿਸਾਬ ਨਾਲ ਵੀ ਉਹ ਵੀ ਇਹਦੇ ਵਿੱਚ ਬਣਾਈਆਂ ਜਾ ਸਕਦੀਆਂ ਨੇ। ਰਿਜ਼ਲਟ ਵੀ ਐਕਸਲ 'ਚ ਤਿਆਰ ਕੀਤਾ ਜਾਂਦਾ। ਜਦੋਂ ਬੱਚਿਓ ਅਸੀਂ ਤੁਹਾਡਾ ਰਿਜ਼ਲਟ ਤਿਆਰ ਕਰਦੇ ਹਾਂ, ਉਹ ਵੀ ਅਸੀਂ ਐਕਸਲ ਵਿੱਚ ਹੀ ਤਿਆਰ ਕਰਦੇ ਹਾਂ। ਆਪਾਂ ਐਕਸਲ ਨੂੰ ਸ਼ੁਰੂ ਕਿਸ ਤਰੀਕੇ ਨਾਲ ਕਰ ਸਕਦੇ ਹਾਂ? ਸਟਾਰਟ ਬਟਨ 'ਤੇ ਜਾਓ, ਉਸ ਤੋਂ ਬਾਅਦ ਆਲ ਪ੍ਰੋਗਰਾਮਸ, ਉਸ ਤੋਂ ਬਾਅਦ ਮਾਈਕਰੋਸਾਫਟ ਆਫਿਸ ਤੇ ਮਾਈਕਰੋਸਾਫਟ ਐਕਸਲ। ਇਹ ਆਪਾਂ ਹੈ ਜੇ ਆਪਾਂ ਮਾਊਸ ਨਾਲ ਸਟਾਰਟ ਕਰਨਾ ਹੋਵੇ ਤਾਂ ਸਿੰਪਲ ਤਰੀਕੇ ਨਾਲ ਇਸ ਤਰੀਕੇ ਨਾਲ ਕਰ ਸਕਦੇ ਹਾਂ। ਜਾਂ ਸਰਚ ਬਾਰ ਵਿੱਚ ਜਾਓ, ਐਕਸਲ ਟਾਈਪ ਕਰੋ ਤੇ ਕੀਬੋਰਡ ਤੋਂ ਐਂਟਰ ਬਟਨ ਦਬਾ ਦਿਓ। ਇਹ ਸਰਚ ਬਾਰ ਆਪਣੇ ਕੋਲ ਨੀਚੇ ਆਉਂਦੀ ਹੈ, ਤੁਸੀਂ ਸਟਾਰਟ ਬਟਨ 'ਤੇ ਕਲਿੱਕ ਕਰਦੇ ਹੋ, ਉੱਥੇ ਇੱਕ ਸਰਚ ਬਾਰ ਆਉਂਦੀ ਹੈ, ਉਸ 'ਤੇ ਤੁਸੀਂ ਐਕਸਲ ਟਾਈਪ ਕਰਕੇ ਕੀਬੋਰਡ ਤੋਂ ਐਂਟਰ ਬਟਨ ਦਬਾ ਦਿਓ, ਤੁਹਾਡਾ ਐਕਸਲ ਖੁੱਲ੍ਹ ਜਾਏਗਾ। ਖੁੱਲ੍ਹਣ ਤੋਂ ਬਾਅਦ ਤੁਹਾਨੂੰ ਇਸ ਤਰੀਕੇ ਦੀ ਐਕਸਲ ਦੀ ਵਿੰਡੋ ਜਿਹੜੀ ਹੈ ਉਹ ਸਾਹਮਣੇ ਤੁਹਾਡੇ ਆਏਗੀ। ਉਸ ਵਿੱਚ ਦੇਖੋ ਕਿ ਜੇ ਆਪਾਂ ਰਾਈਟ ਸਾਈਡ ਤੋਂ ਲੈਫਟ ਸਾਈਡ ਨੂੰ ਜਾਂਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਰੋਜ਼, ਜੇ ਆਪਾਂ ਉੱਪਰ ਤੋਂ ਨੀਚੇ ਨੂੰ ਜਾਂਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਜੀ ਕਾਲਮਸ।
ਇਹ ਵੱਖ-ਵੱਖ ਉਹਨਾਂ ਦੇ ਭਾਗ ਨੇ, ਜਿਵੇਂ ਫਾਈਲ ਮੈਨੂ, ਕੁਇਕ ਐਕਸੈਸ ਮੈਨੂ, ਟੈਬਸ, ਫਾਰਮੂਲਾ ਬਾਰ, ਟਾਈਟਲ ਬਾਰ, ਕਾਲਮਸ। ਇਹ ਆਪਾਂ ਹੌਲੀ ਹੌਲੀ ਇੱਕ ਤਾਂ ਇੱਕ ਪੜਾਂਗੇ। ਪਹਿਲਾ ਹੈ ਜੀ ਫਾਈਲ ਮੈਨੂ ਦਾ ਕੀ मतलब है कि एक ਇਹੋ ਜਿਹੀ ਵਿੰਡੋ ओपन ਹੁੰਦੀ ਹੈ, ਉਹਦੇ ਵਿੱਚ ਕਈ ਸਾਰੇ ਫੰਕਸ਼ਨਸ, ਕਈ ਸਾਰਾ ਕੰਮ ਕਰਨ ਵਾਸਤੇ ਦਿੱਤਾ ਹੁੰਦਾ, ਜਿਹਦੇ ਵਿੱਚੋਂ ਇੱਕ ਪਹਿਲਾ ਆਪਾਂ ਪੜ੍ਹਦੇ ਹਾਂ ਜੀ ਫਾਈਲ ਮੈਨੂ। ਐਕਸਲ ਦੀ ਵਿੰਡੋ ਦੇ ਉੱਪਰਲੇ ਖੱਬੇ ਕੋਨੇ ਵਿੱਚ ਫਾਈਲ ਮੈਨੂ ਆਪਸ਼ਨ ਹੁੰਦੀ ਹੈ। ਜਦੋਂ ਅਸੀਂ ਇਸ ਫਾਈਲ ਆਪਸ਼ਨ ਨੂੰ ਕਲਿੱਕ ਕਰਦੇ ਹਾਂ ਤਾਂ ਇੱਕ ਨਵੀਂ ਵਿੰਡੋ ਨਜ਼ਰ ਆਉਂਦੀ ਹੈ। ਅਸੀਂ ਇਸ ਵਿੰਡੋ ਨੂੰ ਨਵੀਂ ਫਾਈਲ ਬਣਾਉਣ ਲਈ, ਪਹਿਲਾਂ ਤੋਂ ਬਣੀ ਫਾਈਲ ਖੋਲ੍ਹਣ ਲਈ ਤੇ ਫਾਈਲ ਨੂੰ ਸੇਵ ਕਰਨ ਲਈ ਤੇ ਹੋਰ ਕਈ ਕੰਮ ਕਰਨ ਲਈ ਵਰਤ ਸਕਦੇ ਹਾਂ। ਇਹਦਾ ਕੀ ਮਤਲਬ ਹੈ? ਫਾਈਲ ਦਾ ਕੀ ਮਤਲਬ ਹੈ? ਫਾਈਲ ਦਾ ਮਤਲਬ ਕਿ ਜਦੋਂ ਤੁਸੀਂ ਇੱਕ ਨਵਾਂ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਪਹਿਲਾਂ ਕੰਮ ਕੀਤਾ ਹੈ ਉਦੋਂ ਆਪਣੇ ਨਾਲ ਤੁਸੀਂ ਉਹਨੂੰ ਸਾਂਭ ਕੇ ਰੱਖਿਆ ਹੋਇਆ, ਸੇਵ ਕੀਤਾ ਹੋਇਆ ਕੰਪਿਊਟਰ ਦੇ ਵਿੱਚ, ਉਸ ਨੂੰ ਖੋਲ੍ਹਣਾ ਚਾਹੁੰਦੇ ਹੋ, ਜਾਂ ਹੋਰ ਉਹਦੇ ਵਿੱਚ ਆਪਾਂ ਨਵੀਂ ਫਾਈਲ ਆਪਦੀ ਬਣਾ ਕੇ ਉਹਨੂੰ ਸੇਵ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਫਾਈਲ ਮੈਨੂ ਦਾ ਯੂਜ਼ ਕਰਦੇ ਹਾਂ। ਅੱਗੇ ਹੈ ਜੀ ਕੁਇਕ ਐਕਸੈਸ ਟੂਲ ਬਾਰ। ਕੁਇਕ ਐਕਸੈਸ ਦਾ ਮਤਲਬ ਹੁੰਦਾ ਜੀ ਬਹੁਤ ਜਲਦੀ, ਬਹੁਤ ਛੇਤੀ, ਜਿਹਦੇ ਨਾਲ ਆਪਾਂ ਟੂਲ ਬਾਰ ਆਪਣੇ ਸਾਹਮਣੇ ਪਈ ਹੋਵੇ, ਜਿਹਦੇ ਤੋਂ ਆਪਾਂ ਸਿੰਪਲ ਛੇਤੀ ਤੋਂ ਛੇਤੀ ਯੂਜ਼ ਕਰ ਸਕਦੇ ਹਾਂ। ਫਾਈਲ ਮੈਨੂ ਦੇ ਉੱਪਰਲੇ ਇਸੇ ਪਾਸੇ ਕੁਇਕ ਐਕਸੈਸ ਟੂਲ ਬਾਰ ਹੁੰਦੀ ਹੈ। ਕੁਇਕ ਐਕਸੈਸ ਟੂਲ ਬਾਰ ਉਹ ਕਮਾਂਡਾਂ ਮੁਹੱਈਆ ਕਰਾਉਂਦੀ ਹੈ ਜਿਨ੍ਹਾਂ ਦੀ ਅਸੀਂ ਵਾਰ-ਵਾਰ ਵਰਤੋਂ ਕਰਦੇ ਹਾਂ। ਕੁਇਕ ਐਕਸੈਸ ਟੂਲ ਬਾਰ ਵਿੱਚ ਸੇਵ, ਅਨਡੂ ਤੇ ਰੀਡੂ ਕਮਾਂਡਾਂ ਹੁੰਦੀਆਂ ਹਨ। ਇਸ ਦਾ ਕੀ ਮਤਲਬ ਹੈ ਬੱਚਿਓ? ਇਹਦਾ ਮਤਲਬ ਹੈ ਕਿ ਆਪਣੇ ਸਾਹਮਣੇ ਇਹੋ ਜਿਹੀਆਂ ਕੁਝ ਕਮਾਂਡਾਂ ਪਈਆਂ ਹੁੰਦੀਆਂ ਜਿਹਨਾਂ ਆਪਾਂ ਨੂੰ ਵਾਰ-ਵਾਰ ਲੋੜ ਪੈਂਦੀ ਹੈ, ਜਿਵੇਂ ਸੇਵ ਦਾ ਮਤਲਬ ਆਪਣੀ ਸਾਂਭ ਕੇ ਰੱਖਣੀ, ਆਪਾਂ ਕੋਈ ਆਪਣੀ ਜਾਣਕਾਰੀ ਜਾਂ ਆਪਣੀ ਫਾਈਲ ਸਾਂਭ ਕੇ ਰੱਖਣੀ ਹੈ। ਅਨਡੂ ਦਾ ਮਤਲਬ ਕਿ ਪਹਿਲਾਂ ਕੰਮ ਕਰ ਲਿਆ ਆਪਾਂ ਬਾਅਦ 'ਚ ਪਤਾ ਲੱਗਿਆ ਕਿ ਨਹੀਂ ਕਰਨਾ ਤਾਂ ਆਪਾਂ ਬੈਕ ਵੀ ਜਾ ਸਕਦੇ ਹਾਂ, ਆਪਾਂ ਜਿੱਥੋਂ ਕੰਮ ਸ਼ੁਰੂ ਕੀਤਾ ਸੀ ਉੱਥੇ ਵੀ ਜਾ ਸਕਦੇ ਹਾਂ, ਉਹਨੂੰ ਅਨਡੂ ਕਹਿੰਦੇ ਜੀ। ਉਸ ਤੋਂ ਬਾਅਦ ਰੀਡੂ ਦਾ ਕੀ ਮਤਲਬ ਕਿ ਆਪਾਂ ਅਨਡੂ ਕਰ ਲਿਆ, ਪਿੱਛੇ ਚਲੇ ਗਏ, ਫਿਰ ਆਪਾਂ ਨੂੰ ਲੱਗਿਆ ਕਿ ਨਹੀਂ ਆਪਾਂ ਜੋ ਕੰਮ ਕੀਤਾ ਉਹ ਸਹੀ ਸੀ, ਆਪਾਂ ਉਹਨੂੰ ਰੀਡੂ ਵੀ ਕਰ ਸਕਦੇ, ਦੁਬਾਰਾ ਇੱਕ ਕਦਮ ਫਿਰ ਉਹ ਅੱਗੇ ਆ ਜਾਏਗਾ। ਅੱਗੇ ਟਾਈਟਲ ਬਾਰ ਹੈ। ਟਾਈਟਲ ਬਾਰ ਕੁਇਕ ਐਕਸੈਸ ਟੂਲ ਬਾਰ ਦੇ ਅਗਲੇ ਪਾਸੇ ਟਾਈਟਲ ਬਾਰ ਹੁੰਦੀ ਹੈ। ਨਾਮ ਤੋਂ ਸਪਸ਼ਟ ਹੈ ਬੇਟੇ, ਨਾਮ ਤੋਂ ਸਪਸ਼ਟ ਹੈ ਕਿ ਟਾਈਟਲ ਬਾਰ ਦਾ ਕੀ ਮਤਲਬ? ਬਾਰ ਦਾ ਮਤਲਬ ਇੱਕ ਪੱਟੀ, ਤੇ ਟਾਈਟਲ ਦਾ ਕੀ ਮਤਲਬ ਹੈ? ਤੁਹਾਡਾ ਸਿਰਲੇਖ, ਕਿ ਤੁਸੀਂ ਜਿਸ ਵੀ ਨਾਂ ਨਾਲ ਆਪਦੀ ਐਕਸਲ ਦੀ ਬੁੱਕ ਜਾਂ ਵਰਕਸ਼ੀਟ ਬਣਾਈ ਹੈ ਉਹਦਾ ਨਾਮ ਜਿਹੜਾ ਹੈ ਉਸ ਉੱਪਰ ਲਿਖਿਆ ਹੋਇਆ ਆ ਜਾਏਗਾ। ਜਿਵੇਂ ਚਿੱਤਰ 6.5 ਵਿੱਚ ਦਿਖਾਇਆ ਗਿਆ ਹੈ, ਬੁੱਕ 1 ਮਾਈਕਰੋਸਾਫਟ ਐਕਸਲ। ਮਾਈਕਰੋਸਾਫਟ ਐਕਸਲ ਆਏਗਾ ਹੀ ਆਏਗਾ। ਇੱਥੇ ਬੁੱਕ 1 ਜੋ ਵੀ ਤੁਸੀਂ ਆਪਣਾ ਨਾਮ, ਰਾਮ ਸ਼ਾਮ ਜੋ ਵੀ ਹੈ, ਤੁਸੀਂ ਆਪਣਾ ਨਾਮ ਲਿਖ ਸਕਦੇ ਹੋ ਜਿਸ ਨਾਲ ਤੁਸੀਂ ਸੇਵ ਕਰਨਾ ਚਾਹੁੰਦੇ ਹੋ। ਅੱਗੇ ਹੈ ਬੇਟੇ ਰਿਬਨ। ਰਿਬਨ ਦਾ ਕੀ ਮਤਲਬ ਹੈ? ਰਿਬਨ ਤੁਸੀਂ ਆਪਣੇ ਨਾਲ ਸਮਝਦੇ ਹੋ, ਜਿਹਨੂੰ ਆਪਾਂ ਰਿਬਨ ਇੱਕ ਤਰੀਕੇ ਦੀ ਪੱਟੀ ਕਹਿ ਲਓ ਹੁੰਦੀ ਹੈ, ਉਹ ਵੀ ਮਾਈਕਰੋਸਾਫਟ ਐਕਸਲ ਵਿੱਚ ਅਸੀਂ ਰਿਬਨ ਦੀ ਵਰਤੋਂ ਮਾਈਕਰੋਸਾਫਟ ਨੂੰ ਕਮਾਂਡਾਂ ਦੇਣ ਲਈ ਕਰਦੇ ਹਾਂ ਜੋ ਕਿ ਇਹ ਦੱਸਦੀਆਂ ਹਨ ਕਿ ਕਿਹੜਾ ਕੰਮ ਕਰਨਾ ਹੈ। ਰਿਬਨ ਐਕਸਲ ਵਿੰਡੋ ਦੇ ਉੱਪਰਲੇ ਪਾਸੇ ਕੁਇਕ ਐਕਸੈਸ ਟੂਲ ਬਾਰ ਦੇ ਹੇਠਾਂ ਹੁੰਦਾ ਹੈ। ਹਰ ਇੱਕ ਟੈਬ ਆਪਸ ਵਿੱਚ ਸੰਬੰਧਿਤ ਕਮਾਂਡਾਂ ਦੇ ਇਕੱਠ ਨੂੰ ਦਰਸਾਉਂਦੀ ਹੈ। ਇਹਨਾਂ ਕਮਾਂਡਾਂ ਦੀ ਵਰਤੋਂ ਕਰਨ ਲਈ ਮੈਨੂ ਅਤੇ ਡਾਇਲੌਗ ਬਾਕਸਾਂ ਤੱਕ ਪਹੁੰਚਣ ਲਈ ਸਾਨੂੰ ਇਹਨਾਂ ਬਟਨਾਂ ਨੂੰ ਕਲਿੱਕ ਕਰਨਾ ਚਾਹੀਦਾ ਹੈ। ਇਹ ਵੀ ਇਸ ਤਰੀਕੇ ਨਾਲ ਕੁਇਕ ਐਕਸੈਸ ਟੂਲ ਬਾਰ ਦੇ ਨਾਲ ਮਿਲਦਾ ਹੀ ਇੱਕ ਚੀਜ਼ ਹੈ। ਰਿਬਨ ਇੱਕ ਤਰੀਕੇ ਦਾ ਬਣਿਆ ਹੋਇਆ ਹੈ ਕਿ ਇਹਦੇ ਵਿੱਚ ਆਪਾਂ ਰਿਬਨ ਦੀ ਵਰਤੋਂ ਮਾਈਕਰੋਸਾਫਟ ਨੂੰ ਕਮਾਂਡਾਂ ਦੇਣ ਲਈ ਕਰਦੇ ਹਾਂ। ਕਮਾਂਡਾਂ ਦੇਣ ਲਈ ਕੀ ਕੰਮ ਕਰਦੇ ਹਾਂ ਕਿ ਕਿਹੜੀ ਕਮਾਂਡ ਆਪਸ ਦੇ ਵਿੱਚ ਜਿਹੜੀ ਹੈਗੀ ਉਹ ਰਲਦੀ ਮਿਲਦੀ ਹੈ। ਨੈਕਸਟ ਜਿਹੜਾ ਹੈਗਾ ਕਮਾਂਡ ਆਪਾਂ ਕਿਹੜੀ ਦੇਣੀ ਹੈ ਉਹ ਆਪਣੇ ਵਿੱਚ ਇਹਦੇ ਉੱਪਰ ਦਰਸਾਈ ਗਈ ਹੁੰਦੀ ਹੈ। ਉਸ ਤੋਂ ਅੱਗੇ ਆ ਗਿਆ ਬੇਟੇ, ਆ ਦੇਖੋ ਚਿੱਤਰ 6.6 ਦੇ ਵਿੱਚ ਰਿਬਨ ਦਿਖਾਇਆ ਹੋਇਆ ਹੈ। ਇਹ ਰਿਬਨ ਹੈ ਤੁਹਾਡਾ ਸਾਰਾ, ਇਸ ਨੂੰ ਆਪਾਂ ਰਿਬਨ ਕਹਿ ਦਿੰਦੇ ਹਾਂ। ਇਹਦੇ ਉੱਪਰ ਜਿਹੜੀਆਂ ਕਮਾਂਡਾਂ ਨੇ ਸਾਰੀਆਂ ਕਿ ਆਪਾਂ ਆਪਣੀ ਜਿਹੜੀ ਬਣਾ ਰਹੇ ਹਾਂ ਫਾਈਲ ਨੂੰ ਵੱਧ ਤੋਂ ਵੱਧ ਜਿਹੜੀਆਂ ਕਮਾਂਡਾਂ ਕਿ ਕਿਹੜੇ ਆਪਾਂ ਅੱਖਰ ਜਿਹੜੇ ਨੇ ਜਾਂ ਸ਼ਬਦ ਜਿਹੜੇ ਨੇ ਕਿੱਥੇ ਲਿਖਣੇ ਨੇ, ਉਹਨਾਂ ਦੀ ਓਰੀਐਂਟੇਸ਼ਨ ਕੀ ਹੋਏਗੀ, ਲੈਫਟ ਤੇ ਲਿਖਣੇ ਆ, ਸਕਰੀਨ ਦੇ ਰਾਈਟ ਤੇ ਲਿਖਣੇ ਆ, ਵਿਚਾਲੇ ਲਿਖਣੇ ਆ, ਉਹਨਾਂ ਦਾ ਕਲਰ ਕਿਹੜਾ ਹੋਏਗਾ, ਉਹ ਸਭ ਕੁਝ ਤੁਹਾਡਾ ਜਿਹੜਾ ਹੈ ਇਹ ਸਾਹਮਣੇ ਪਾਇਆ ਹੋਇਆ ਕਿ ਤੁਸੀਂ ਇੱਥੋਂ ਕਲਿੱਕ ਕਰਕੇ ਉਹਨੂੰ ਯੂਜ਼ ਕਰ ਸਕਦੇ ਹੋ। ਅੱਗੇ ਆ ਗਿਆ ਬੇਟੇ ਫਾਰਮੂਲਾ ਬਾਰ। ਫਾਰਮੂਲਾ ਬਾਰ ਦੇ ਨੇਮ ਬਾਕਸ ਵਿੱਚ ਐਕਟਿਵ ਸੈੱਲ ਦਾ ਸੈੱਲ ਐਡਰੈਸ ਦਿਖਾਇਆ ਜਾਂਦਾ ਹੈ। ਧਿਆਨ ਦਿਓ, ਇਹਦੇ 'ਚ ਇੱਕ ਲਫ਼ਜ਼ ਹੈ ਐਕਟਿਵ ਸੈੱਲ। ਐਕਟਿਵ ਸੈੱਲ ਦੇਖੋ ਆਪਾਂ ਪਿੱਛੇ ਦੇਖਦੇ ਹਾਂ। ਐਕਟਿਵ ਸੈੱਲ, ਇਹ ਦੇਖੋ ਇਹ ਸੈੱਲ ਲਿਖਿਆ ਹੈ, ਸੈੱਲ ਦੇ ਸਾਹਮਣੇ ਇਹ ਲਿਖਿਆ ਹੈ ਸੈੱਲ ਇੱਕ ਤਰੀਕ ਨੂੰ ਐਕਟਿਵ ਸੈੱਲ, ਕਿ ਜਿਸ ਸੈੱਲ ਦੇ ਚਾਰੇ ਪਾਸੇ ਇੱਕ ਕਾਲੇ ਰੰਗ ਦੀ ਪੱਟੀ ਆਈ ਹੋਈ ਹੈ, ਸਿਰਫ ਆਪਾਂ ਉਸ ਸੈੱਲ ਦੇ ਵਿੱਚ ਹੀ ਲਿਖ ਸਕਦੇ ਹਾਂ, ਹੋਰ ਸੈੱਲ 'ਚ ਆਪਾਂ ਲਿਖ ਨਹੀਂ ਸਕਦੇ। ਉਸ ਸੈੱਲ ਨੂੰ ਆਪਾਂ ਕਹਿੰਦੇ ਜੀ ਐਕਟਿਵ ਸੈੱਲ, ਜਿਸ ਦਾ ਆਪਾਂ ਕੋਈ ਨਾ ਕੋਈ ਕੰਮ ਕਰ ਸਕਦੇ ਹਾਂ। ਹਾਂਜੀ, ਫਾਰਮੂਲਾ ਬਾਰ ਦੇ ਨੇਮ ਬਾਕਸ ਵਿੱਚ ਐਕਟਿਵ ਸੈੱਲ ਦਾ ਸੈੱਲ ਐਡਰੈਸ ਦਰਸਾਇਆ ਜਾਂਦਾ ਹੈ। ਨੇਮ ਬਾਕਸ ਫਾਰਮੂਲਾ ਬਾਰ ਦੇ ਖੱਬੇ ਪਾਸੇ ਹੁੰਦਾ ਹੈ। ਫਾਰਮੂਲਾ ਬਾਰ ਦੇ ਸੱਜੇ ਬਾਕਸ ਵਿੱਚ ਸੈੱਲ ਵਿੱਚ ਐਂਟਰ ਕੀਤਾ ਡਾਟਾ ਨਜ਼ਰ ਆਉਂਦਾ ਹੈ।
फार्मूला बार ਦੇ ਵਿੱਚ ਸਿੰਪਲ ਗੱਲ ਜੇ ਆਪਾਂ ਸਮਝਣ ਵਾਲੀ ਗੱਲ ਹੈ ਤਾਂ ਇਹ ਨੀਚੇ ਆਪਣੇ ਕੋਲ ਫਾਰਮੂਲਾ ਬਾਰ ਬਣੀ ਹੋਈ ਹੈ। ਇਹਦੇ ਵਿੱਚ ਇੱਥੇ ਪਾਸੇ ਆਪਾਂ ਨੂੰ ਦਿਖਾਏਗਾ ਕਿ ਐਕਟਿਵ ਸੈੱਲ ਦਾ ਐਡਰੈਸ ਕੀ ਹੈ। A1 ਆਪਾਂ ਕਿਸ ਤਰੀਕੇ ਨਾਲ ਕੈਲਕੂਲੇਟ ਕਰਦੇ ਹਾਂ, ਜਦੋਂ ਆਪਾਂ ਐਕਸਲ ਦੀ ਵਿੰਡੋ ਖੋਲ੍ਹਦੇ ਹਾਂ ਤਾਂ ਤੁਸੀਂ ਦੇਖੋ ਇੱਧਰਲੇ ਪਾਸੇ ਨੂੰ A B C D E F G H ਇਸ ਤਰੀਕੇ ਨਾਲ ਲਿਖਿਆ ਹੋਇਆ ਹੁੰਦਾ, ਇਸ ਤੋਂ ਨੀਚੇ ਨੂੰ 1 2 3 4 5 6 ਇਸ ਤਰੀਕੇ ਨਾਲ ਲਿਖਿਆ ਹੋਇਆ ਹੁੰਦਾ। ਤੇ ਜੇ ਆਪਾਂ ਇਹ ਸੈੱਲ ਦੀ ਗੱਲ ਕਰੀਏ ਤਾਂ ਉੱਪਰ ਤੋਂ ਇਹ A ਹੈ, ਇੱਧਰ ਤੋਂ ਇਹ 1 ਹੈ, ਤਾਂ ਇਸ ਦਾ ਐਡਰੈਸ ਬਣ ਜਾਏਗਾ A1। ਜੇ ਆਪਾਂ ਨਾਲ ਵਾਲਾ ਕਰੀਏ ਉੱਪਰ ਤੋਂ ਇਹ B ਹੈ, ਇੱਧਰੋਂ ਇਹ 1 ਹੈ, B1। ਆਪਾਂ ਗੱਲ ਕਰ ਰਹੇ ਹਾਂ A1। ਜਿਵੇਂ ਆਪਾਂ ਵਾਪਸ ਆਉਂਦੇ ਹਾਂ ਤਾਂ ਇੱਥੇ ਲਿਖਿਆ A1। ਇੱਥੇ ਜੋ ਵੀ ਤੁਸੀਂ ਕੁਝ ਲਿਖੋਗੇ ਉਹ ਸਭ ਤੋਂ ਪਹਿਲਾਂ ਫਾਰਮੂਲਾ ਬਾਰ ਵਿੱਚ ਆਪਾਂ ਨੂੰ ਦਰਸਾਈ ਦੇਵੇਗਾ। ਅਗਲਾ ਹੈ ਬੇਟੇ ਸਟੇਟਸ ਬਾਰ। ਸਟੇਟਸ ਬਾਰ ਨਾਮ ਤੋਂ ਸਪਸ਼ਟ ਹੈ ਕਿ ਸਟੇਟਸ ਦਰਸਾਉਂਦੀ ਹੈ। ਸਟੇਟਸ ਬਾਰ ਐਕਸਲ ਵਿੰਡੋ ਦੇ ਹੇਠਲੇ ਪਾਸੇ ਨਜ਼ਰ ਆਉਂਦੀ ਹੈ, ਹੇਠਲੇ ਪਾਸੇ ਨੀਚੇ। ਆ ਦੇਖੋ ਇਸ ਤਰੀਕੇ ਨਾਲ ਨੀਚੇ ਸਭ ਤੋਂ ਨਜ਼ਰ ਆਉਂਦੀ ਹੈ। ਇਹ ਸਿਲੈਕਟ ਕੀਤੇ ਹੋਏ ਨੰਬਰਾਂ ਦਾ ਜੋੜ, ਐਵਰੇਜ, ਮਿਨੀਮਮ, ਮੈਕਸਿਮਮ ਵਰਗੀ ਸੂਚਨਾ ਮੁਹੱਈਆ ਕਰਾਉਂਦੀ ਹੈ। ਸਟੇਟਸ ਬਾਰ ਵਿੱਚ ਉਹ ਜੋ ਨਜ਼ਰ ਆਉਂਦਾ ਹੈ ਅਸੀਂ ਉਸ ਨੂੰ ਸਟੇਟਸ ਬਾਰ ਉੱਤੇ ਰਾਈਟ ਕਲਿੱਕ ਕਰਕੇ ਵਿਕਲਪਾਂ ਵਿੱਚੋਂ ਕਸਟਮਾਈਜ਼ ਸਟੇਟਸ ਟੂਲ ਮਾਫ ਕਰਨਾ ਅਸੀਂ ਉਸ ਨੂੰ ਸਟੇਟਸ ਬਾਰ ਉੱਤੇ ਰਾਈਟ ਕਲਿੱਕ ਕਰਕੇ ਅਤੇ ਵਿਕਲਪਾਂ ਵਿੱਚੋਂ ਕਸਟਮਾਈਜ਼ ਸਟੇਟਸ ਟੂਲ ਬਾਰ ਮੀਨੂ ਦੀ ਚੋਣ ਕਰਕੇ ਬਦਲ ਸਕਦੇ ਹਾਂ। ਇੱਕ ਮੀਨੂ ਆਈਟਮ ਨੂੰ ਚੁਣਨ ਲਈ ਅਸੀਂ ਉਸ ਉੱਤੇ ਇੱਕ ਵਾਰ ਕਲਿੱਕ ਕਰਦੇ ਹਾਂ। ਉਸ ਚੋਣ ਨੂੰ ਹਟਾਉਣ ਲਈ ਉਸ ਉੱਤੇ ਦੁਬਾਰਾ ਕਲਿੱਕ ਕਰਦੇ ਹਾਂ। ਇਸ ਦਾ ਮਤਲਬ ਕੀ ਹੈ ਬੇਟੇ ਕਿ ਇਹ ਨੀਚੇ ਜੋ ਸਟੇਟਸ ਬਾਰ ਤੁਹਾਡੇ ਕੋਲੇ ਨਜ਼ਰ ਆਉਂਦੀ ਹੈ ਇਹਦੇ ਉੱਪਰ ਆਪਣੇ ਕੋਲੇ ਬਣਿਆ ਹੁੰਦਾ ਹੈ, ਇਸ ਰਾਈਟ ਸਾਈਡ ਦੇ ਉੱਪਰ ਬਣਿਆ ਹੁੰਦਾ ਹੈ ਕਿ ਇਹਦਾ ਵਿਊ ਕਿਹੜਾ ਹੋਏਗਾ, ਕਿ ਆਪਾਂ ਨੂੰ ਦੇਖਣਾ ਕਿਸ ਚਾਹੁੰਦੇ ਆ, ਪ੍ਰਿੰਟ ਪ੍ਰੀਵਿਊ 'ਚ ਦੇਖਣਾ ਚਾਹੁੰਦੇ ਆ, ਨਾਰਮਲ ਵਿਊ 'ਚ ਦੇਖਣਾ ਚਾਹੁੰਦੇ ਆ। ਇਸ ਦੇ ਪਾਸੇ ਦੀ ਮੈਕਸੀਮਾਈਜ਼ ਜਾਂ ਮਿਨੀਮਾਈਜ਼ ਹੈ ਕਿ ਤੁਸੀਂ ਆਪਣੀ ਜਿਹੜੀ ਸਕਰੀਨ ਹੈ ਉਹਦਾ ਸਾਈਜ਼ ਜਿਹੜਾ ਹੈ ਉਹਦੇ ਵਿੱਚ ਉਹ ਦੇਖਣ ਦਾ ਜਿਹੜਾ ਤੁਹਾਡਾ ਸੈੱਲ ਹੈ ਉਹਨੂੰ ਆਪਾਂ ਵੱਡਾ ਛੋਟਾ ਦੇਖਣ ਦੇ ਵਿੱਚ ਆਪਾਂ ਉਹਨੂੰ ਉਹਦਾ ਸਾਈਜ਼ ਕਰ ਸਕਦੇ ਹਾਂ। ਤੇ ਉਹਨੂੰ ਆਪਾਂ ਨੀਚੇ ਤੋਂ ਉਹਦਾ ਸਟੇਟਸ ਵੀ ਚੇਂਜ ਕਰ ਸਕਦੇ ਹਾਂ ਕਿ ਜਿਹਦੇ ਵਿੱਚ ਆਪਣਾ ਸਿਲੈਕਟ ਕੀਤੇ ਹੋਏ ਨੰਬਰਾਂ ਦਾ ਜੋੜ, ਐਵਰੇਜ, ਮਿਨੀਮਮ ਦਾ ਹੁੰਦਾ ਸਭ ਤੋਂ ਛੋਟਾ, ਮੈਕਸਿਮਮ ਸਭ ਤੋਂ ਵੱਡਾ ਵਰਗੀ ਸੂਚਨਾ ਜਿਹੜੀ ਆ ਉਹਦੇ ਵਿੱਚ ਉਹ ਨਜ਼ਰ ਆਉਂਦੀ ਹੈ। ਅੱਗੇ ਆ ਗਿਆ ਬੇਟੇ ਨੇਮ ਬਾਕਸ। ਨੇਮ ਬਾਕਸ ਦੀ ਵਰਤੋਂ ਕਰਕੇ ਅਸੀਂ ਕਿਸੇ ਖਾਸ ਸੈੱਲ ਤੇ ਜਾ ਸਕਦੇ ਹਾਂ। ਇਸ ਲਈ ਸਾਨੂੰ ਸਿਰਫ ਨੇਮ ਬਾਕਸ ਵਿੱਚ ਸੈੱਲ ਦਾ ਐਡਰੈਸ ਭਰਨਾ ਹੈ ਤੇ ਐਂਟਰ ਬਟਨ ਦਬਾਉਣਾ ਹੈ। ਉਦਾਹਰਨ ਲਈ ਹੇਠ ਲਿਖੇ ਸਟੈਪਸ ਦੀ ਪਾਲਣਾ ਕਰੋ। ਕੀ ਕਹਿੰਦਾ ਹੋਰ ਕਿ ਨੇਮ ਬਾਕਸ ਨਾਲ ਆਪਾਂ ਕੀ ਕਰਨਾ ਕਿ ਕਿਸੇ ਖਾਸ ਸੈੱਲ ਤੇ ਜਾਣਾ ਹੈ। ਨੇਮ ਬਾਕਸ ਵਿੱਚ ਜਾ ਕੇ ਆਪਾਂ ਸਿੰਪਲ ਇਹ ਨੇਮ ਬਾਕਸ ਹੈ ਇਸ ਤਰੀਕੇ ਦਾ, ਇਹ ਨੇਮ ਬਾਕਸ ਹੈ ਸਭ ਨਾਲੋਂ ਪਹਿਲਾਂ ਉੱਪਰ। ਇਹਦੇ ਵਿੱਚ ਜਾ ਕੇ ਕੋਈ ਖਾਸ ਐਡਰੈਸ ਐਂਟਰ ਕਰ ਦਿਓ। ਜਿਵੇਂ ਆਪਾਂ A1 ਕੀਤਾ ਸੀ ਪਿੱਛੇ, ਹੁਣ ਆਪਾਂ ਇੱਥੇ ਫਰਜ਼ ਕਰੋ B4 ਕਰ ਦਿਓਗੇ, ਐਂਟਰ ਮਾਰੋਗੇ ਤਾਂ ਉਹ ਉੱਪਰ ਤੋਂ B ਇੱਧਰ ਤੋਂ 4, ਉੱਪਰ ਤੋਂ B ਇੱਧਰ ਤੋਂ 4, ਉਹ B4 ਦੇ ਵਿੱਚ ਚਲਿਆ ਜਾਵੇਗਾ। ਹੁਣ ਆ ਗਿਆ ਜੀ MS ਐਕਸਲ ਵਿੱਚ ਵਰਤੀ ਜਾਣ ਵਾਲੀ ਟਰਮਨੋਲੋਜੀ ਜਾਂ ਸ਼ਬਦਾਵਲੀ। ਆਪਾਂ ਕਿਸ ਚੀਜ਼ ਨੂੰ ਕਹਿੰਦੇ ਹਾਂ ਜੀ? ਸ਼ਬਦਾਵਲੀ ਦੇ ਵਿੱਚ ਪਹਿਲੀ ਸ਼ਬਦਾਵਲੀ ਵਰਤੀ ਜਾਂਦੀ ਹੈ। ਸ਼ਬਦਾਵਲੀ ਦਾ ਮਤਲਬ ਕੀ ਹੁੰਦਾ ਕਿ ਜੋ ਵੀ ਆਪਾਂ ਕੰਮ ਕਰਦੇ ਹਾਂ, ਜੇ ਆਪਾਂ ਸਕੂਲ ਦੀ ਗੱਲ ਕਰਦੇ ਹਾਂ ਤਾਂ ਸਕੂਲ ਦੇ ਵਿੱਚ ਆਪਾਂ ਸ਼ਬਦਾਵਲੀ ਵਰਤਦੇ ਹਾਂ ਕਲਾਸ, ਟੀਚਰ, ਕੰਪਿਊਟਰ ਲੈਬ, ਪਲੇਗਰਾਊਂਡ, ਬਲੈਕ ਬੋਰਡ, ਡਸਟਰ, ਚੌਕ, ਇਸ ਤਰੀਕੇ ਦੀ। ਜੇ ਆਪਾਂ ਘਰ ਦੀ ਗੱਲ ਕਰਦੇ ਹਾਂ ਤਾਂ ਘਰੇ ਆਪਾਂ ਗੱਲ ਕਰਦੇ ਜੇ ਸਾਡਾ ਡਰਾਇੰਗ ਰੂਮ ਹੈ, ਇਹ ਸਾਡਾ ਪੋਰਚ ਹੈ, ਇਹ ਸਾਡੀ ਕਿਚਨ ਹੈ, ਇਸ ਤਰੀਕੇ ਨਾਲ। ਸੋ ਇਸ ਤਰੀਕੇ ਨਾਲ ਜੇ ਆਪਾਂ MS ਐਕਸਲ ਦੀ ਗੱਲ ਕਰਦੇ ਹਾਂ ਤਾਂ ਇੱਥੇ ਜਿਹੜੇ ਲਫ਼ਜ਼ ਵਰਤੇ ਜਾਂਦੇ ਨੇ ਉਹ ਪਹਿਲਾ ਹੈ ਵਰਕਬੁੱਕ। ਇੱਕ ਵਰਕਬੁੱਕ ਕਈ ਵਰਕਸ਼ੀਟਾਂ ਦਾ ਸਮੂਹ ਹੁੰਦੀ ਹੈ। ਵਰਕਬੁੱਕ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਬੇਟੇ ਵਰਕਸ਼ੀਟ। ਵਰਕਸ਼ੀਟ ਦਾ ਕੀ ਮਤਲਬ ਹੈ ਕਿ ਜਿਹੜੀ ਸ਼ੀਟ ਆਪਣੇ ਸਾਹਮਣੇ ਐਕਸਲ ਖੁੱਲ੍ਹਣ ਵੇਲੇ ਆਏਗੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸਕਰੀਨ ਆਏਗੀ ਉਹਨੂੰ ਆਪਾਂ ਕਹਿੰਦੇ ਜੀ ਵਰਕਸ਼ੀਟ, ਜਿਹਦੇ ਵਿੱਚ ਆਪਾਂ ਕੰਮ ਕਰਨਾ, ਜਿਹਦੇ ਵਿੱਚ ਇਸ ਤਰੀਕੇ ਨਾਲ ਕਾਲਮਸ ਤੇ ਰੋਜ਼ ਬਣੀਆਂ ਹੋਈਆਂ ਹੁੰਦੀਆਂ ਨੇ, ਉਹਦੇ ਵਿੱਚ ਆਪਾਂ ਕੰਮ ਕਰਨਾ। ਤੋਂ ਪਹਿਲੀ ਆਪਣੇ ਕੋਲੇ ਉਹ ਵਰਕਸ਼ੀਟ ਆਏਗੀ। ਉਸ ਤੋਂ ਬਾਅਦ ਆਪਾਂ ਲਫ਼ਜ਼ ਆਉਂਦਾ ਵਰਕਬੁੱਕ। ਵਰਕਬੁੱਕ ਦਾ ਕੀ ਮਤਲਬ ਹੈ ਕਿ ਇੱਕ ਵਰਕਬੁੱਕ ਦੇ ਵਿੱਚ ਕਈ ਸਾਰੀਆਂ ਵਰਕਸ਼ੀਟਸ ਹੋ ਸਕਦੀਆਂ ਨੇ। ਇੱਕ ਵਰਕਬੁੱਕ ਦੇ ਵਿੱਚ ਵਰਕਸ਼ੀਟ ਹੋ ਸਕਦੀਆਂ ਨੇ, ਵਰਕਸ਼ੀਟ ਦੇ ਵਿੱਚ ਵਰਕਬੁੱਕ ਨਹੀਂ ਹੋ ਸਕਦੀ। ਧਿਆਨ ਨਾਲ ਸਮਝੋ, ਇੱਕ ਵਰਕਬੁੱਕ ਦੇ ਵਿੱਚ ਵਰਕਸ਼ੀਟਸ ਹੋ ਸਕਦੀਆਂ ਨੇ, ਇੱਕ ਵਰਕਸ਼ੀਟਸ ਦੇ ਵਿੱਚ ਵਰਕਬੁੱਕ ਨਹੀਂ ਹੋ ਸਕਦੀ। ਅਗਲੀ ਹੈ ਬੇਟੇ ਰੋ। ਮੈਂ ਤੁਹਾਨੂੰ ਪਹਿਲਾਂ ਸਮਝਾ ਕੇ ਹਟਿਆ ਕਿ ਲੇਟਵੀਂ ਦਿਸ਼ਾ 'ਚ, ਲੇਟਵੀਂ ਦਿਸ਼ਾ 'ਚ ਜਿਵੇਂ ਆਪਾਂ ਇਸ ਚਿੱਤਰ ਦੀ ਗੱਲ ਕਰੀਏ ਤਾਂ ਇਸ ਤੋਂ 4 ਨੰਬਰ ਤੋਂ ਇੱਧਰ ਨੂੰ ਜਿਹੜੀਆਂ ਲਾਈਨਾਂ ਜਾਂਦੀਆਂ ਇਹ ਨੇ ਰੋਜ਼, ਜਿਹੜੀਆਂ ਉੱਪਰ ਤੋਂ ਨੀਚੇ ਨੂੰ ਆ ਰਹੀਆਂ ਇਹ ਨੇ ਕਾਲਮਸ। ਤੇ ਵੱਧ ਤੋਂ ਵੱਧ ਆਪਣੇ ਕੋਲ ਇੱਕ ਵਰਕਸ਼ੀਟ ਦੇ ਵਿੱਚ ਇੰਨੀਆਂ ਜਿਹੜੀਆਂ ਨੇ ਉਹ ਰੋਜ਼ ਜਿਹੜੀਆਂ ਹੋ ਸਕਦੀਆਂ ਨੇ। ਉਸ ਤੋਂ ਅੱਗੇ ਹੈ ਕਾਲਮ। ਕਾਲਮ ਮੈਂ ਤੁਹਾਨੂੰ ਦੱਸ ਕੇ ਹਟਿਆ ਜੀ ਕਿ ਉੱਪਰ ਤੋਂ ਨੀਚੇ ਵਾਲੀਆਂ ਲਾਈਨਾਂ, ਜਿਵੇਂ ਇਸ ਚਿੱਤਰ ਦੇ ਵਿੱਚ ਆਪਾਂ ਦੇਖੀਏ ਉੱਪਰ ਤੋਂ ਨੀਚੇ ਵਾਲੀਆਂ ਲਾਈਨਾਂ ਇਹ ਜਿਹੜੀਆਂ ਨੇ ਕਾਲਮ ਨੇ। ਵੱਧ ਤੋਂ ਵੱਧ 16,384 ਕਾਲਮ ਜਿਹੜੇ ਇੱਕ ਵਰਕਸ਼ੀਟ ਦੇ ਵਿੱਚ ਆ ਸਕਦੇ ਨੇ।
ਸੈੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੰਨੇ ਇਹ ਖਾਨੇ ਬਣੇ ਹੋਏ ਨੇ, ਜਿੱਥੇ ਇਹ ਇੱਕ ਦੂਜੇ ਨੂੰ ਕੱਟਦੀਆਂ ਨੇ ਲਾਈਨਾਂ, ਰੋਜ਼ ਤੇ ਕਾਲਮ ਕੱਟਦੇ ਨੇ, ਜਿੰਨੇ ਵੀ ਇਹ ਖਾਨੇ ਬਣੇ ਹੋਏ ਨੇ, ਇਹਨਾਂ ਨੂੰ ਸਾਰਿਆਂ ਨੂੰ ਆਪਾਂ ਕਹਿੰਦੇ ਜੀ ਇੱਕ ਸੈੱਲ ਹੈ। ਇੱਕ ਸੈੱਲ ਹੈ ਸਾਰਾ ਇਹ। ਐਕਟਿਵ ਸੈੱਲ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਜਿਸ ਵਿੱਚ ਆਪਾਂ ਕੰਮ ਕਰਦੇ ਹਾਂ ਗੂੜੇ ਰੰਗ ਦੇ ਆਇਤਾਕਾਰ ਬਾਕਸ ਨਾਲ ਪਛਾਣਿਆ ਜਾਂਦਾ। ਗੂੜੇ ਰੰਗ ਦੇ ਆਇਤਾਕਾਰ ਬਾਕਸ ਦਾ ਕੀ ਮਤਲਬ ਹੈ ਕਿ ਉਹਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ, ਉਹਦੇ ਪਾਸੇ ਕਾਲੇ ਰੰਗ ਦਾ ਜਾਂ ਕਿਸੇ ਵੀ ਰੰਗ ਦਾ ਜਿਹੜਾ ਹੈ ਉਹ ਲੱਗਿਆ ਹੋਇਆ, ਜਿਹਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ, ਉਹੀ ਐਕਟਿਵ ਸੈੱਲ ਹੈ। ਸੈੱਲ ਐਡਰੈਸ ਦਾ ਮਤਲਬ ਹੈ ਕਿ ਹਰ ਇੱਕ ਦਾ ਐਡਰੈਸ ਵੱਖਰਾ ਹੋਏਗਾ। ਦੇਖੋ ਜਿਵੇਂ ਆਹ A1 ਹੈ ਕਿਉਂਕਿ ਉੱਪਰੋਂ A ਹੈ, ਇੱਧਰੋਂ 1 ਹੈ। ਆਹ C6 ਹੈ, C ਉੱਪਰ ਤੋਂ ਹੈ, 6 ਇੱਧਰੋਂ ਹੈ, C6 ਹੋ ਗਿਆ। ਇਹ F3 ਹੈ, F ਇੱਧਰ ਤੋਂ ਹੈ, 3 ਇੱਧਰ ਤੋਂ। ਇਹ ਸੈੱਲ ਐਡਰੈਸ ਆਪਾਂ ਦੱਸ ਸਕਦੇ ਹਾਂ। ਅੱਗੇ ਆ ਗਿਆ ਬੇਟੇ MS ਐਕਸਲ ਦੀ ਵਰਕਸ਼ੀਟ ਵਿੱਚ ਕੰਮ ਕਰਨਾ। ਪਹਿਲਾ ਹੈ ਐਰੋ ਕੀਜ਼ ਦੀ ਵਰਤੋਂ। ਐਰੋ ਕੀਜ਼ ਤੁਸੀਂ ਦੇਖਦੇ ਹੋ ਕੀਬੋਰਡ ਦੇ ਉੱਪਰ ਤੁਹਾਡੇ ਕੋਲੇ 4 ਐਰੋ ਕੀਜ਼ ਬਣੀਆਂ ਹੁੰਦੀਆਂ ਨੇ, ਉੱਪਰ, ਨੀਚੇ, ਰਾਈਟ, ਲੈਫਟ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਉਹ ਐਰੋ ਕੀਜ਼ ਦੇ ਨਾਲ ਆਪਾਂ ਕਿਤੇ ਵੀ ਇੱਧਰ ਨੂੰ ਵੀ ਜਾ ਸਕਦੇ ਹਾਂ, ਇੱਧਰ ਵੀ ਜਾ ਸਕਦੇ ਹਾਂ, ਉੱਪਰ ਵੀ, ਨੀਚੇ ਵੀ। ਪੇਜ ਅਪ, ਪੇਜ ਡਾਊਨ ਦੀਆਂ ਕੀਜ਼ ਵੀ ਬਣੀਆਂ ਹੁੰਦੀਆਂ ਨੇ। ਉਹਦੇ ਨਾਲ ਹੁੰਦਾ ਕਿ ਇੱਕ ਐਰੋ ਕੀਜ਼ ਨਾਲ ਤੁਸੀਂ ਇੱਕ ਸੈੱਲ ਦਰ ਸੈੱਲ ਜਾਂਦੇ ਹੋ, ਪੇਜ ਅਪ, ਪੇਜ ਡਾਊਨ ਨਾਲ ਜਿੰਨਾ ਇੱਕ ਪੇਜ ਹੁੰਦਾ, ਇੱਕ ਪੇਜ ਤੋਂ ਨੈਕਸਟ ਪੇਜ 'ਤੇ ਜਾ ਸਕਦੇ ਹੋ। ਸੈੱਲਾਂ ਨੂੰ ਚੁਣਨਾ ਜਾਂ ਸਿਲੈਕਟ ਕਰਨਾ। ਸੈੱਲਾਂ ਨੂੰ ਚੁਣਨਾ ਜਾਂ ਸਿਲੈਕਟ ਕਰਨਾ ਜਿਸ ਤਰੀਕੇ ਨਾਲ ਦਿਖਾਇਆ ਕਿ ਇਸ ਤਰੀਕੇ ਨਾਲ ਆਪਾਂ ਇਵੇਂ ਜਦੋਂ ਆਪਾਂ ਕਿਸੇ ਵੀ ਸੈੱਲ ਨੂੰ ਚੁਣਨਾ ਹੈ ਜਾਂ ਕਈ ਸੈੱਲਾਂ ਨੂੰ ਚੁਣਨਾ ਹੈ, ਤਾਂ ਉਸ ਸੈੱਲ ਦੇ ਜਾ ਕੇ ਉੱਪਰ ਮਾਊਸ ਨੂੰ ਜਿਹੜਾ ਖੱਬਾ ਬਟਨ ਹੈ ਉਸ ਨੂੰ ਨੱਪ ਕੇ ਰੱਖੋ, ਤੇ ਨੱਪ ਕੇ ਉਹਨੂੰ ਡਰੈਗ ਕਰਦੇ ਹੋਏ, ਘਸਾਉਂਦੇ ਹੋਏ ਇੱਧਰ ਨੂੰ ਲੈ ਕੇ ਜਾਓ, ਤਾਂ ਤੁਹਾਡੀਆਂ ਉਹਨੀਆਂ ਸੈੱਲਸ ਸਿਲੈਕਟ ਹੋ ਜਾਣਗੇ। ਡਰੈਗ ਕਰਨ ਦਾ ਮਤਲਬ ਹੁੰਦਾ ਜੀ ਪੰਜਾਬੀ 'ਚ ਜਿਵੇਂ ਆਪਾਂ ਖਿੱਚ ਕੇ ਲੈ ਕੇ ਜਾਂਦੇ, ਜਾਂ ਸਿੱਧੀ ਪੰਜਾਬੀ 'ਚ ਗੱਲ ਕਰੀਏ ਆਪਾਂ ਧੂ ਕੇ ਲੈ ਕੇ ਜਾਣਾ ਜਿਹਨੂੰ ਆਪਾਂ ਕਹਿੰਦੇ ਜੀ, ਉਸ ਤਰੀਕੇ ਦਾ ਮਤਲਬ ਹੁੰਦਾ ਜੀ। ਅੱਗੇ ਆ ਗਿਆ ਬੇਟੇ ਡਾਟਾ ਦਾਖਲ ਕਰਨਾ। ਡਾਟਾ ਦਾਖਲ ਕਰਨ ਦਾ ਕੀ ਮਤਲਬ ਹੈ ਕਿ ਜੇ ਆਪਾਂ ਇਹਦੇ ਵਿੱਚ ਫਰਜ਼ ਕਰੋ ਨਾਮ ਆਪਣਾ ਜਿਹੜਾ ਦਾਖਲ ਕਰਨਾ, ਜਿਵੇਂ ਇੱਥੇ ਨਾਮ ਲਿਖਣਾ ਹੋਵੇ ਰਵੀ, ਮੋਹਨ, ਸੋਹਨ, ਮਮਤਾ, ਉਸ ਤੋਂ ਬਾਅਦ ਮੀਨਾ, ਪੀਨਾ, ਇਸ ਤਰੀਕੇ ਨਾਲ ਨਾਮ ਲਿਖ ਸਕਦੇ ਹਾਂ। ਇੱਥੇ ਆਪਾਂ ਮਾਰਕਸ ਲਿਖ ਸਕਦੇ ਹਾਂ ਉਹਨਾਂ ਦੇ। ਉਸ ਜਿਹੜੇ ਵਿੱਚ ਵੀ ਆਪਾਂ ਲਿਖਣਾ ਹੈ ਉਹਦੇ 'ਚ ਆਪਾਂ ਕਲਿੱਕ ਕਰ ਦਿਓ ਅਤੇ ਉਹਦੇ ਵਿੱਚ ਲਿਖਣਾ ਸ਼ੁਰੂ ਕਰ ਦਿਓ। ਅੱਗੇ ਆ ਗਿਆ ਜੀ ਡਾਟਾ ਡਿਲੀਟ ਕਰਨਾ। ਡਿਲੀਟ ਕਰਨ ਦਾ ਸਿੰਪਲ ਹੀ ਗੱਲ ਹੈ ਕਿ ਜਿਸ ਦੇ ਵਿੱਚੋਂ ਵੀ ਡਾਟਾ ਤੁਸੀਂ ਡਿਲੀਟ ਕਰਨਾ ਉਸ 'ਤੇ ਕਲਿੱਕ ਕਰੋ। ਉਹ ਕਲਿੱਕ ਕਰਨਾ ਕੀ ਹੋਏਗਾ ਕਿ ਮਾਊਸ ਜਿਹੜਾ ਹੈ ਉਸ ਨੂੰ ਐਕਟਿਵ ਸੈੱਲ ਬਣਾ ਦੇਗਾ, ਅਤੇ ਸਿੰਪਲ ਤੁਸੀਂ ਡਿਲੀਟ ਦਾ ਬਟਨ ਨੱਪੋਗੇ ਤਾਂ ਉਹਦੇ ਵਿੱਚੋਂ ਸਾਰਾ ਡਾਟਾ ਜਿਹੜਾ ਹੈ ਉਹ ਮਿਟ ਜਾਏਗਾ। ਅੱਗੇ ਆ ਗਿਆ ਬੇਟੇ ਇੱਕ ਸੈੱਲ ਦੇ ਡਾਟੇ ਨੂੰ ਐਡਿਟ ਕਰਨਾ। ਐਡਿਟ ਕਰਨ ਦਾ ਕੀ ਮਤਲਬ ਹੈ ਕਿ ਉਹਦੇ ਉੱਪਰ ਆਪਾਂ ਜਿਸ ਵੀ ਡਾਟੇ ਦੇ ਫਰਜ਼ ਕਰੋ ਜੋ ਇਹ ਹੈ, ਇਹਦੇ ਉੱਪਰ ਡਬਲ ਕਲਿੱਕ ਕਰਾਂਗੇ, 2 ਵਾਰੀ ਕਲਿੱਕ ਕਰਾਂਗੇ ਜਲਦੀ ਤਾਂ ਉਹਦੇ ਵਿੱਚ ਜੋ ਵੀ ਡਾਟਾ ਲਿਖਿਆ ਹੋਇਆ ਹੈ, ਐਡਿਟ ਕਰਨ ਦਾ ਮਤਲਬ ਹੈ ਉਹਨੂੰ ਆਪਾਂ ਬਦਲ ਸਕਦੇ ਹਾਂ। ਜੇ ਫਰਜ਼ ਕਰੋ ਇੱਥੇ ਕੰਪਿਊਟਰ ਲਿਖਿਆ ਹੋਇਆ ਹੈ ਇਸ ਜਗ੍ਹਾ ਦੇ ਉੱਪਰ, ਇਹਦੇ ਵਿੱਚ ਆਪਣਾ ਆਪਾਂ ਨਾਮ ਵੀ ਲਿਖ ਸਕਦੇ ਹਾਂ। ਜਿਵੇਂ ਆਪਾਂ ਇੱਥੇ ਨਾਮ ਲਿਖਣਾ ਹੋਵੇ ਸੋਹਨ, ਤਾਂ ਆਪਾਂ ਇੱਥੇ ਡਬਲ ਕਲਿੱਕ ਕਰਾਂਗੇ ਤਾਂ ਆਪਣਾ ਕਰਸਰ ਜਿਹੜਾ ਹੈ ਇੱਥੇ ਸ਼ੋ ਹੋਣਾ ਸ਼ੁਰੂ ਹੋ ਜਾਏਗਾ, ਤੇ ਉਸ ਨੂੰ ਡਿਲੀਟ ਕਰਕੇ ਉਸ ਤੋਂ ਬਾਅਦ ਆਪਣਾ ਨਾਮ ਸੋਹਨ ਲਿਖ ਸਕਦੇ ਹਾਂ। ਅੱਗੇ ਆ ਗਿਆ ਜੀ ਰੈਪ ਟੈਕਸਟ। ਰੈਪ ਟੈਕਸਟ ਦਾ ਮਤਲਬ ਹੁੰਦਾ ਬੇਟੇ ਕਿ ਜਿਵੇਂ ਕੋਈ ਨਾਮ ਬਹੁਤ ਵੱਡਾ ਹੈ, ਜਿਵੇਂ ਇੱਥੇ ਲਿਖਣਾ ਹੋਵੇ ਸੋਹਨ ਸਿੰਘ ਗਿੱਲ, ਤੇ ਪੂਰਾ ਨਾਮ ਲਿਖਣਾ ਹੋਵੇ ਤੇ ਇੱਕ ਇਹਦੇ ਵਿੱਚ ਨਹੀਂ ਆਉਂਦਾ, ਤਾਂ ਆਪਾਂ ਕੀ ਕਰਦੇ ਹਾਂ, ਇਹਨੂੰ ਰੈਪ ਟੈਕਸਟ ਕਰ ਦਿੰਦੇ ਹਾਂ। ਜੇ ਆਪਾਂ ਰੈਪ ਟੈਕਸਟ ਨਹੀਂ ਕਰਦੇ ਤਾਂ ਸੋਹਨ ਸਿੰਘ ਗਿੱਲ ਇਸ ਤਰੀਕੇ ਨਾਲ ਲੰਬਾ ਲਿਖਿਆ ਜਾਏਗਾ, ਤੁਹਾਨੂੰ ਦਿਸੇਗਾ ਪੂਰਾ। ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਉਸ ਤੋਂ ਬਾਅਦ ਦਿਸੇਗਾ ਨਹੀਂ। ਤੇ ਜਦੋਂ ਆਪਾਂ ਰੈਪ ਕਰ ਦਾਂਗੇ ਤਾਂ ਉਹ ਇੱਕ ਹੀ ਇਹਦੇ ਵਿੱਚ ਸੋਹਨ, ਨੀਚੇ ਸਿੰਘ ਆ ਜਾਏਗਾ, ਨੀਚੇ ਗਿੱਲ ਆ ਜਾਏਗਾ। ਰੈਪ ਦਾ ਮਤਲਬ ਇਕੱਠਾ ਕਰ ਦੇਣਾ, ਜਿਵੇਂ ਆਪਾਂ ਸਮੇਟ ਸਕਦੇ ਹਾਂ। ਕਰਨਾ ਕਿਵੇਂ ਨੇ, ਇਸ ਤਰੀਕੇ ਨਾਲ ਆਪਣੇ ਕੋਲ ਸਟੈਪਸ ਜਿਹੜੇ ਨੇ ਦਿੱਤੇ ਹੋਏ ਨੇ। ਸੈੱਲ A2 ਵਿੱਚ ਜਾਓ, ਟੈਕਸਟ ਟੂਲ ਲੌਂਗ ਟੂ ਫਿਟ ਟਾਈਪ ਕਰੋ, ਐਂਟਰ ਕੀ ਦਬਾਓ, ਨੈਕਸਟ। ਰੈਪ ਟੈਕਸਟ ਦੀ ਆਪਸ਼ਨ ਜਿਹੜੀ ਹੈ ਉਹ ਉੱਥੇ ਕਰੀ। ਅੱਗੇ ਆ ਗਿਆ ਸੈੱਲ ਐਂਟਰੀ ਨੂੰ ਡਿਲੀਟ ਕਰਨਾ। ਡਿਲੀਟ ਕਰਨ ਦਾ ਕੀ ਮਤਲਬ ਹੈ ਕਿ ਜਿਸ ਤੇ ਵੀ ਆਪਾਂ ਡਿਲੀਟ ਕਰਨਾ ਹੈ ਉਸ ਤੇ ਕਲਿੱਕ ਕਰ ਲਓ। ਇਸ ਤਰੀਕੇ ਨਾਲ ਜਿਵੇਂ ਇਹ ਐਕਟਿਵ ਸੈੱਲ ਬਣਿਆ ਹੋਇਆ ਉਸ ਤੇ ਕਲਿੱਕ ਕਰ ਲਓ ਤੇ ਡਿਲੀਟ ਕੀ ਨੂੰ ਕੀਬੋਰਡ ਤੋਂ ਡਿਲੀਟ ਕੀ ਦਬਾ ਦਿਓ ਤਾਂ ਤੁਹਾਡਾ ਉਹ ਸੈੱਲ ਜਿਹੜਾ ਟੈਕਸਟ ਹੈ ਉਹ ਡਿਲੀਟ ਹੋ ਜਾਏਗਾ। ਅੱਗੇ ਆ ਗਿਆ ਜੀ ਸੈੱਲਾਂ ਵਿੱਚ ਰੇਂਜ ਭਰਨਾ। ਰੇਂਜ ਭਰਨ ਵਾਲੇ ਸੈੱਲਾਂ ਦੇ ਪਹਿਲੇ ਸੈੱਲ ਨੂੰ ਚੁਣੋ, ਲੋੜੀਂਦਾ ਡਾਟਾ ਟਾਈਪ ਕਰੋ। ਹੁਣ ਫਿਲ ਹੈਂਡਲ ਦੇ ਨਾਲ ਮਾਊਸ ਦਾ ਖੱਬਾ ਬਟਨ ਦਬਾਓ ਤੇ ਮਾਊਸ ਨੂੰ ਡਰੈਗ ਕਰੋ। ਇਹ ਇੱਕ ਤਰੀਕਾ ਹੈ। ਰੇਂਜ ਭਰਨ ਦਾ ਮਤਲਬ ਹੁੰਦਾ ਬੇਟੇ ਕਿ ਇੱਕੋ ਹੀ ਅੱਖਰ ਨੂੰ ਜਾਂ ਇੱਕੋ ਹੀ ਨੰਬਰ ਨੂੰ ਸਾਰੀਆਂ ਉਹਦੇ ਵਿੱਚ ਭਰਨਾ। ਇਹਦੇ ਵਿੱਚ ਸਿੰਪਲ ਕਰਨਾ ਕੀ ਹੈ ਕਿ ਜਿਵੇਂ ਇਸ ਦੇ ਉੱਪਰ ਤੁਸੀਂ ਕਲਿੱਕ ਕਰ ਲਿਆ, ਇੱਕ ਦੇ ਉੱਪਰ ਇਹਦੇ ਵਿੱਚ ਕੁਝ ਤੁਸੀਂ ਭਰ ਲਿਆ। ਜੇ ਤੁਸੀਂ ਫਰਜ਼ ਕਰੋ ਇੱਕ ਭਰਨਾ ਸਾਰਿਆਂ ਦੇ ਵਿੱਚ, ਤਾਂ ਉੱਥੇ ਰਾਈਟ ਸਾਈਡ ਦੇ ਉੱਪਰ ਜਾ ਕੇ ਇੱਥੇ ਜਦੋਂ ਆ ਜਿੱਥੇ ਮੇਰਾ ਮਾਊਸ ਹੈ ਦੇਖ ਰਹੇ ਹੋ ਤੁਸੀਂ ਇਹ ਕਰ ਰਿਹਾ, ਇੱਥੇ ਇੱਕ ਪਲੱਸ ਦਾ ਨਿਸ਼ਾਨ ਆਏਗਾ, ਉਹਨੂੰ ਨੱਪ ਕੇ ਮਾਊਸ ਦੇ ਨਾਲ ਤੇ ਨੀਚੇ ਨੂੰ ਡਰੈਗ ਕਰ ਦੇਣਾ, ਤਾਂ ਉਸ ਦਾ ਕੀ ਉਹ ਸੈੱਲ ਦੇ ਵਿੱਚ ਉਹ
ਉਹਦੀ ਜਿਹੜੀ ਰੇਂਜ ਹੈ ਉਹ ਭਰੀ ਜਾਏਗੀ। ਇਸ ਤੋਂ ਅਗਲਾ ਹੈ ਬੇਟੇ ਸੀਰੀਜ਼ ਬਣਾਉਣਾ। ਸੀਰੀਜ਼ ਦਾ ਮਤਲਬ ਹੈ ਕਿ ਜੇ ਇੱਕ ਤੋਂ ਆਪਾਂ ਇੱਕ ਹੀ ਨਹੀਂ ਭਰਨਾ, ਉਹਦੇ ਵਿੱਚ ਆਪਾਂ ਪੂਰੀ ਗਿਣਤੀ ਹੈ। ਇਹ ਆਪਾਂ ਨੂੰ ਐਕਸਲ ਬੜੀ ਸੋਹਣੀ ਹੈ, ਇੱਕ ਸੁਵਿਧਾ ਦਿੰਦਾ ਹੈ ਕਿ ਇਹਦੇ ਵਿੱਚ ਆਪਾਂ ਨੂੰ 1 2 3 4 5 6 ਤਰੀਕੇ ਨਾਲ ਆਪਾਂ ਜਿੱਥੇ ਤੱਕ ਮਰਜ਼ੀ ਹੈ ਗਿਣਤੀ, ਉਹ ਇਸ ਤਰੀਕੇ ਨਾਲ ਆਪਾਂ ਨੂੰ ਭਰਨ ਦੀ ਲੋੜ ਨਹੀਂ ਹੈ। ਤੁਸੀਂ ਸਿੰਪਲ 1 ਤੇ 2 ਭਰ ਕੇ ਉਹਨੂੰ ਜਿਹੜਾ ਸਿਲੈਕਟ ਕਰੋ। ਸਿਲੈਕਟ ਕਰਨ ਤੋਂ ਬਾਅਦ ਉਹ ਜਿਹੜਾ ਪਲੱਸ ਦੇ ਨਿਸ਼ਾਨ ਵਾਲਾ ਆਏਗਾ ਉਹਨੂੰ ਡਰੈਗ ਫੜ ਕੇ ਡਰੈਗ ਕਰਦੇ ਹੋਏ ਨੀਚੇ ਲੈ ਜਾਓ, ਤੇ ਉਹ ਕੀ ਹੋਏਗਾ, ਤੁਹਾਡੀ ਜਿਹੜੀ ਸੀਰੀਜ਼ ਹੈ ਉਹ ਤਿਆਰ ਹੋ ਜਾਏਗੀ। ਲਾਸਟ ਹੈ ਬੇਟੇ, ਲਾਸਟ ਤੋਂ ਪਹਿਲਾਂ ਵਾਲਾ ਇੱਕ ਹੈ ਫਾਈਲ ਨੂੰ ਸੇਵ ਕਰਨਾ। ਸੇਵ ਕਰਨ ਤੋਂ ਮਤਲਬ ਕੀ ਹੈ ਕਿ ਤੁਸੀਂ ਆਪਣੀ ਜਾਣਕਾਰੀ ਨੂੰ ਸਾਂਭ ਕੇ ਰੱਖ ਸਕਦੇ ਹੋ ਆਉਣ ਵਾਲੇ ਸਮੇਂ ਵਾਸਤੇ, ਤਾਂ ਜੋ ਤੁਸੀਂ ਆਪਣੀ ਜਿਹੜੀ ਫਾਈਲ ਤੁਸੀਂ ਬਣਾਈ ਹੈ ਉਹਨੂੰ ਤੁਸੀਂ ਆਪਾਂ ਸਾਂਭ ਕੇ ਰੱਖ ਸਕੀਏ, ਆਉਣ ਵਾਲੇ ਸਮੇਂ ਵਿੱਚ ਵੀ ਉਹਨੂੰ ਯੂਜ਼ ਕਰ ਸਕੀਏ। ਉਹਦੇ ਲਈ ਕੀ ਕਰਨਾ, ਆਪਾਂ ਫਾਈਲ ਮੈਨੂ ਤੇ ਕਲਿੱਕ ਕਰੋ, ਇੱਕ ਨਵੀਂ ਵਿੰਡੋ ਆਏਗੀ, ਸੇਵ ਤੇ ਕਲਿੱਕ ਕਰੋ। ਇਸ ਦਾ ਕੀ ਮਤਲਬ ਹੈ ਕਿ ਆਪਣਾ ਤੁਸੀਂ ਨਾਮ ਦੇ ਨਾਲ ਆਪਣੀ ਫਾਈਲ ਨੂੰ ਸਾਂਭ ਕੇ ਰੱਖ ਸਕਦੇ ਹੋ ਇੱਕ ਫੋਲਡਰ ਦੇ ਵਿੱਚ। ਫੋਲਡਰ ਤੁਸੀਂ ਪਿਛਲੀਆਂ ਕਲਾਸਾਂ 'ਚ ਪੜ੍ਹ ਚੁੱਕੇ ਹੋ, ਫੋਲਡਰ ਕੀ ਹੁੰਦਾ, ਫਾਈਲ ਕੀ ਹੁੰਦੀ ਹੈ, ਉਹ ਚੋਣ ਕਰਕੇ ਤੁਸੀਂ ਉਸ ਦੇ ਵਿੱਚ ਆਪਣੀ ਜਿਹੜੀ ਫਾਈਲ ਹੈ ਉਹਨੂੰ ਸਾਂਭ ਕੇ ਰੱਖ ਸਕਦੇ ਹੋ। ਅਖੀਰਲਾ ਹੈ ਬੇਟੇ ਐਕਸਲ ਨੂੰ ਬੰਦ ਕਰਨਾ। ਐਕਸਲ ਨੂੰ ਬੰਦ ਕਰਨ ਦੇ ਸਟੈਪ ਹਨ, ਫਾਈਲ ਮੈਨੂ ਤੇ ਕਲਿੱਕ ਕਰੋ, ਇੱਕ ਵਿੰਡੋ ਨਜ਼ਰ ਆਏਗੀ, ਸਿੰਪਲ ਫਾਈਲ ਮੈਨੂ ਤੇ ਕਲਿੱਕ ਕਰੋ, ਉਹਦੇ ਵਿੱਚ ਨੀਚੇ ਜਾ ਕੇ ਜਦੋਂ ਇੱਕ ਵਿੰਡੋ ਹੋਰ ਓਪਨ ਹੋ ਜਾਏਗੀ, ਉਹਦੇ ਸਭ ਨਾਲ ਨੀਚੇ ਜਾ ਕੇ ਲਿਖਿਆ ਹੋਏਗਾ ਐਗਜ਼ਿਟ। ਐਗਜ਼ਿਟ ਨੂੰ ਕਲਿੱਕ ਕਰ ਦਿਓ, ਐਕਸਲ ਤੁਹਾਡਾ ਬੰਦ ਹੋ ਜਾਏਗਾ। ਸੋ ਇਹ ਸੀ ਬੇਟੇ ਤੁਹਾਡਾ ਚੈਪਟਰ ਨੰਬਰ 6। ਇਹ ਯਾਦ ਰੱਖਣ ਯੋਗ ਗੱਲਾਂ, ਇਹ ਜੋ ਤੁਸੀਂ ਆਪ ਆਪਣੀ ਬੁੱਕ ਦੇ ਵਿੱਚੋਂ ਪੜ੍ਹ ਲੈਣੀਆਂ ਨੇ, ਤੇ ਇਸ ਦੀ ਜਿਹੜੀ ਅਭਿਆਸ ਹੈ ਉਹ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਆਪਣੇ ਟੀਚਰਸ ਨਾਲ ਸੰਪਰਕ ਕਰੋ, ਤੇ ਆਪਾਂ ਇਹਦੇ ਜਿਹੜਾ ਅਭਿਆਸ ਹੈ ਉਹ ਕਲਾਸ ਵਿੱਚ ਕਰਾਂਗੇ। ਬਹੁਤ ਬਹੁਤ ਮਿਹਰਬਾਨੀ ਬੇਟੇ, ਬਹੁਤ ਬਹੁਤ ਪਿਆਰ, ਧੰਨਵਾਦ।